ਇਹ ਹੈ ਪਾਕਿਸਤਾਨ ਦੇ ਜ਼ਿਲ੍ਹੇ ਲਾਇਲਪੁਰ ਦੇ ਪਿੰਡ ਚੱਕ ਨੰਬਰ 105 ਬੰਗੇ ਦਾ ਨਜ਼ਾਰਾ। ਜੜ੍ਹਾਂਵਾਲਾ ਰੋਡ ਤੇ ਸਥਿਤ ਜ਼ਿਲ੍ਹਾ ਲਾਇਲਪੁਰ ਤੇ ਉਹਦੇ ਇਸ ਪਿੰਡ ਬੰਗੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਹੋਇਆ ਸੀ। ਇਸੇ ਪਿੰਡ ਦੀਆਂ ਗਲੀਆਂ ਤੇ ਇਸੇ ਘਰ ਦੀਆਂ ਕੰਧਾਂ ਗਵਾਹ ਨੇ ਭਗਤ ਸਿੰਘ ਦੇ ਜਨੂਨ ਦੀਆਂ, ਉਹਦੇ ਸਿਰੜ ਦੀਆਂ, ਉਹਦੀ ਘਾਲਣਾ ਦੀਆਂ। ਚੱਕ ਨੰਬਰ 105 ਪਿੰਡ ਬੰਗੇ ਵਿੱਚ ਆਪਣੇ ਖੇਤਾਂ ਵਿੱਚ ਬਾਲੜੀ ਜਿਹੀ ਉਮਰ ਦਾ ਭਗਤ ਸਿੰਘ ਬੰਦੂਕ ਦੱਬ ਰਿਹਾ ਸੀ ਤੇ ਜਦੋਂ ਉਹਦੇ ਪਿਤਾ ਨੇ ਪੁੱਛਿਆ ਕਿ ਬੰਦੂਕ ਕਿਉਂ ਦੱਬ ਰਿਹਾ ਤਾਂ ਭਗਤ ਸਿੰਘ ਦਾ ਜਵਾਬ ਸੀ ਕਿ ਬੰਦੂਕ ਬੀਜਾਂਗੇ, ਫੇਰ ਬੰਦੂਕਾਂ ਦੀ ਫਸਲ ਹੋਏਗੀ ਤੇ ਫੇਰ ਉਹਨਾਂ ਬੰਦੂਕਾਂ ਨਾਲ ਅਸੀਂ ਗੋਰੀ ਹਕੂਮਤ ਨਾਲ ਲੜ ਸਕਾਂਗੇ। ਸਾਲ 1919 ਵਿੱਚ ਜਦੋਂ ਅੰਮ੍ਰਿਤਸਰ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ ਤਾਂ ਭਗਤ ਸਿੰਘ ਉਸ ਵੇਲੇ 12 ਸਾਲਾਂ ਦਾ ਸੀ। ਉਸ ਵੇਲੇ ਉਹ ਵੀ ਉੱਥੇ ਸੀ ਤੇ ਇਸ ਸਾਕੇ ਤੋਂ ਬਾਅਦ ਜਲਿਆਂਵਾਲੇ ਬਾਗ ਦੀ ਮਿੱਟੀ ਉਹ ਆਪਣੀ ਜੇਬ ਵਿੱਚ ਪਾ ਕੇ ਲਿਆਇਆ ਸੀ ਤੇ ਆਪਣੇ ਪਿੰਡ ਆ ਕੇ ਉਹਨੇ ਇਹ ਮਿੱਟੀ ਆਪਣੇ ਪਿਤਾ ਨੂੰ ਵਿਖਾਉਂਦਿਆਂ ਕਿਹਾ ਸੀ ਕਿ ਇਹ ਮਿੱਟੀ ਉਹਨੂੰ ਚੇਤਾ ਕਰਾਉਂਦੀ ਰਹੇਗੀ ਕਿ ਉਹਨੇ ਗੋਰੀ ਹਕੂਮਤ ਤੋਂ ਬਦਲਾ ਲੈਣਾ ਹੈ। ਭਗਤ ਸਿੰਘ ਦੇ ਇਸ ਘਰ ਵਿੱਚੋਂ ਉਸ ਦੇ ਵਜੂਦ ਦੀ ਮਹਿਕ ਆਉਂਦੀ ਹੈ। ਦੇਸ਼ ਪ੍ਰੇਮ ਦੇ ਪ੍ਰਤੀ ਉਸ ਦੇ ਸੱਚੇ ਸੁੱਚੇ ਤੇ ਉੱਚੇ ਜਜ਼ਬੇ ਦਾ ਝਲਕਾਰਾ ਦਿੰਦੀ ਹੈ। ਇਸੇ ਲਈ ਤਾਂ ਅੱਜ ਕੱਲ੍ਹ ਚੌਧਰੀ ਸਾਕਿਬ ਵਿਰਕ ਜੋ ਕਿ ਇਸ ਹਵੇਲੀ ਦੀ ਬੜੇ ਤਨ ਮਨ ਨਾਲ ਦੇਖਭਾਲ ਕਰ ਰਹੇ ਨੇ, ਇਸ ਹਵੇਲੀ ਦੀ ਸੇਵਾ ਕਰਦਿਆਂ ਉਹਨਾਂ ਨੂੰ ਇੱਕ ਅਜੀਬ ਕਿਸਮ ਦਾ ਸਕੂਨ ਮਿਲਦਾ ਹੈ। ਉਹਨਾਂ ਦੇ ਦਾਦਾ ਜੀ ਨੂੰ ਇਹ ਹਵੇਲੀ ਮਿਲੀ ਸੀ ਤੇ ਸਾਕਿਬ ਚੌਧਰੀ ਵਿਰਕ ਹੋਰਾਂ ਨੇ ਇਸ ਹਵੇਲੀ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ ਹੈ। ਵਾਕਈ ਇਹ ਘਰ ਪੂਜਨੀਕ ਹੈ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਯਾਦਾਂ ਜ਼ਿੰਦਾ ਨੇ, ਜਿੱਥੇ ਉਹਨਾਂ ਨੂੰ ਦੇਸ਼ ਭਗਤੀ ਤੇ ਦੇਸ਼ ਲਈ ਮਰ ਮਿਟਣ ਦੀ ਗੁੜਤੀ ਆਪਣੇ ਪੂਰੇ ਪਰਿਵਾਰ ਚੋਂ ਮਿਲੀ। ਚਾਚਾ ਅਜੀਤ ਸਿੰਘ ਨੇ ਉਹਨਾਂ ਦੀ ਰਗ ਰਗ ਵਿੱਚ ਇਨਕਲਾਬ ਦਾ ਗੀਤ ਭਰਿਆ ਸੀ। ਪਗੜੀ ਸੰਭਾਲ ਜੱਟਾ ਲਹਿਰ ਉਹਨਾਂ ਦੇ ਚਾਚਾ ਨੇ ਹੀ ਚਲਾਈ ਸੀ। ਗੋਰੀ ਹਕੂਮਤ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਸੁਪਨੇ ਉਹਨਾਂ ਨੇ ਇਸੇ ਘਰ ਵਿੱਚ ਹੀ ਵੇਖੇ ਸਨ। ਆਜ਼ਾਦ ਭਾਰਤ ਵਿੱਚ ਹਰ ਕਿਸੇ ਨੂੰ ਉਸ ਦਾ ਬਣਦਾ ਹੱਕ ਦੇਣ ਦਾ ਸੁਪਨਾ ਸ਼ਹੀਦ ਭਗਤ ਸਿੰਘ ਨੇ ਇਸੇ ਜ਼ਿਲ੍ਹੇ, ਇਸੇ ਪਿੰਡ, ਇਸੇ ਘਰ ਵਿੱਚ ਵੇਖਦਿਆਂ ਨੌਜਵਾਨ ਸਭਾ ਬਣਾਈ ਸੀ। ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਜਾਂ ਮੁਗਾਲਤਾ ਲੱਗ ਜਾਂਦਾ ਹੈ ਕਿ ਭਗਤ ਸਿੰਘ ਦਾ ਜਨਮ ਭਾਰਤ ਦੀ ਧਰਤੀ ਤੇ ਬੰਗੇ ਜ਼ਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਹੋਇਆ ਸੀ, ਜਦਕਿ ਇਸ ਤਰ੍ਹਾਂ ਨਹੀਂ ਹੈ। ਭਗਤ ਸਿੰਘ ਦਾ ਸਾਰਾ ਬਚਪਨ, ਸਾਰਾ ਜੀਵਨ, ਸਾਰਾ ਸੰਘਰਸ਼ ਪਾਕਿਸਤਾਨ ਦੇ ਜ਼ਿਲ੍ਹੇ ਲਾਇਲਪੁਰ, ਜਿਸ ਨੂੰ ਅੱਜਕੱਲ ਫੈਸਲਾਬਾਦ ਕਿਹਾ ਜਾਂਦਾ ਹੈ, ਇਸ ਜ਼ਿਲ੍ਹੇ ਦੇ ਪਿੰਡ ਚੱਕ ਨੰਬਰ 105 ਬੰਗੇ ਵਿੱਚ ਹੋਇਆ ਸੀ, ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਸਥਾਨ ਹੈ। ਅੱਜ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ, ਜਿਨ੍ਹਾਂ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ, ਉਹਨਾਂ ਦੇ ਪਿੰਡ, ਉਹਨਾਂ ਦੀ ਹਵੇਲੀ ਵਿੱਚ ਪਹੁੰਚੇ ਹਾਂ, ਜਿੱਥੇ ਸਾਨੂੰ ਜਨਾਬ ਵਿਰਕ ਸਾਹਿਬ ਜਿਹੜੇ ਚੌਧਰੀ ਸਾਕਿਬ ਵਿਰਕ ਜਿਹੜੇ ਸਾਨੂੰ ਮਿਲੇ ਆ, ਜਿਹੜੇ ਅੱਜ ਹਵੇਲੀ ਦੇ ਇੱਥੇ ਓਨਰ ਆ। ਉਹ ਕੁਦਰਤੀ ਸਾਨੂੰ ਅੱਜ ਉਹਨਾਂ ਦੇ ਦਰਸ਼ਨ ਹੋਏ। ਇੱਕ ਲਵਲੀ ਸਿੰਘ ਸਾਡੇ ਦੋਸਤ ਆ ਨਨਕਾਣਾ ਸਾਹਿਬ ਤੋਂ, ਉਹਨਾਂ ਨੇ ਸਾਨੂੰ ਦੱਸਿਆ, ਤੇ ਇੱਕ ਰਬੀਨਾ ਜੀ ਆ ਸਾਡੇ ਅਮਰੀਕਾ ਤੋਂ, ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਕਿਬ ਸਾਹਿਬ ਨੂੰ ਜ਼ਰੂਰ ਮਿਲਿਓ। ਉਹਨਾਂ ਕੋਲ ਜਿਹੜੀ ਇਸ ਵੇਲੇ ਹਵੇਲੀ ਆ ਆਪਣੇ ਸ਼ਹੀਦ ਆਜ਼ਮ ਭਗਤ ਸਿੰਘ ਦੀ, ਉਹਨਾਂ ਕੋਲ ਆ। ਸਾਕਿਬ ਸਾਹਿਬ, ਚੌਧਰੀ ਸਾਕਿਬ ਵਿਰਕ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਮਹਾਨ ਸ਼ਹੀਦ ਨੂੰ ਤੁਸੀਂ ਉਹਨਾਂ ਦੀ ਜਿੰਨੀਆਂ ਵੀ ਯਾਦਗਾਰਾਂ ਉਹ ਸੰਭਾਲ ਕੇ ਰੱਖੀਆਂ। ਤੇ ਅਸੀਂ ਚਾਹਾਂਗੇ ਕੁਛ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਕੇ ਸਾਡੇ ਜਿਹੜੇ ਅਮਰੀਕਾ ਲੋਕ ਰਹਿੰਦੇ ਆ ਜਾਂ ਹੋਰ ਵਰਲਡ ਵਾਈਡ ਲੋਕ ਰਹਿੰਦੇ ਆ, ਉਹ ਇਸ ਹਵੇਲੀ ਬਾਰੇ ਅਸੀਂ ਕੁਝ ਜਾਣਕਾਰੀ ਉਹਨਾਂ ਨੂੰ ਦੇ ਸਕੀਏ। ਬਿਲਕੁਲ ਜ਼ਰੂਰ ਜੀ। ਸਰ ਜੀ ਵੈਲਕਮ, ਜੀ ਆਇਆਂ ਨੂੰ।
ਤੇ ਆਓ ਤੁਹਾਨੂੰ ਨਾਲ ਵਿਜ਼ਿਟ ਕਰਾਉਂਦੇ ਆ, ਨਾਲ ਤੁਹਾਨੂੰ ਬਰੀਫਿੰਗ ਦਿੰਦੇ ਆ ਜਨਾਬ। ਵਿਰਕ ਸਾਹਿਬ ਤੁਸੀਂ ਤੁਹਾਡਾ ਤਾਂ ਜਨਮ ਮੇਰੇ ਖਿਆਲ 47 ਤੋਂ ਬਾਅਦ ਹੀ ਹੋਇਆ। ਸਾਡਾ ਵੀ 70 ਹੈ। ਹਾਂਜੀ, ਤੇ ਤੁਹਾਡੇ ਫਿਰ ਕਿਸ ਤਰ੍ਹਾਂ ਵਾਲਦ ਬਜ਼ੁਰਗ ਜਿਹੜੇ ਸੀ ਉਹ ਇੱਥੇ ਆਏ ਸੀ? ਹਾਂਜੀ, ਇਹ ਮੇਰੇ ਜੋ ਦਾਦਾ ਬੂ ਸਨ ਜੀ ਚੋਰੀ ਫਜ਼ਲ ਕਾਦਰ ਵਿਰਕ ਸਾਹਿਬ, ਅੱਛਾ ਜੀ। ਉਹਨਾਂ ਨੂੰ ਇਹ ਘਰ ਅਲਾਟ ਹੋਇਆ ਸੀ ਔਰ 47 ਤੋਂ ਹੀ ਸਾਡੇ ਕੋਲ ਹੈ। ਅੱਛਾ, ਤੇ ਕੀ ਸਬਬ ਬਣਿਆ ਤੁਹਾਡੇ ਕੋਲ, ਕਿਵੇਂ ਇਹ ਹਵੇਲੀ ਤੁਹਾਨੂੰ ਮਿਲ ਨਹੀਂ, ਗਈ? ਜਦੋਂ ਪਾਰਟੀਸ਼ਨ ਹੋਈ ਹੈ ਇੰਡੀਆ ਤੋਂ, ਜਦੋਂ ਅਸੀਂ ਮਾਈਗ੍ਰੇਟ ਕਰਕੇ ਆਏ ਆ ਜੀ ਜੀ। ਤੇ ਕਿਉਂਕਿ ਸਾਨੂੰ ਕੋਈ ਜ਼ਮੀਨ ਇੱਥੇ ਅਲਾਟ ਹੋਣੀ ਸੀ। ਤੁਸੀਂ ਇੰਡੀਆ ਤੋਂ ਕਿੱਥੋਂ ਆਏ ਸੀ? ਇੰਡੀਆ ਤੋਂ ਜਲੰਧਰ ਤੋਂ ਆਏ ਸਾਂ। ਜਲੰਧਰ ਤੋਂ ਕਿਹੜਾ ਪਿੰਡ ਸੀ? ਵਿਰਕ ਪਿੰਡ। ਇਹ ਪੈ ਜਾਂਦਾ ਫਗਵਾੜੇ ਦੇ ਕੋਲ ਮੇਰੇ ਖਿਆਲ। ਹਾਂਜੀ, ਉਸੇ ਸਾਈਡ ਤੇ ਆ ਜਾਂਦਾ। ਹਾਂਜੀ। ਉਹ ਫਿਰ ਜਦੋਂ ਅਸੀਂ ਉੱਥੋਂ ਆਏ ਆ ਤੇ ਫਿਰ ਸਾਨੂੰ ਇਹ ਜਿਹੜਾ ਘਰ ਹੈ ਭਗਤ ਸਿੰਘ ਦਾ 4 ਕਨਾਲ ਦਾ ਹੱਥ ਹੈ। 4 ਕਨਾਲ। ਹਾਂਜੀ, ਐਂਡ ਤੱਕ ਹੈ। ਜੀ ਜੀ, ਉਹ ਐਂਡ ਤੱਕ। ਠੀਕ ਹੈ। ਇਹ 2 ਕਮਰੇ ਅਸਲ 'ਚ ਸਪੈਸ਼ਲੀ ਉਦੋਂ ਹਾਤੇ ਖੁੱਲੇ ਹੋਇਆ ਕਰਦੇ ਸੀ। ਆਹ ਵਾਲੇ ਹਾਤੇ ਖੁੱਲੇ ਹੁੰਦੇ ਸੀ, ਕਮਰੇ 2-3 ਹੀ ਹੁੰਦੇ ਸੀ। ਠੀਕ ਹੈ। ਇਹ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਚੁਗਾਟ, ਠੀਕ ਹੈ। ਇਹ ਉਸ ਦੌਰ ਦੀ ਹੈ ਜਿੱਥੋਂ ਭਗਤ ਸਿੰਘ ਹੋਣੀ ਵੀ ਲੰਘ ਕੇ ਗੁਜ਼ਰ ਕੇ ਜਾਇਆ ਕਰਦੇ ਸੀ। ਓਏ ਹੋਏ। ਇਹ ਬੇਰੀ ਦਾ ਦਰਖਤ ਜਿਹੜਾ ਤੁਸੀਂ ਦੇਖ ਰਹੇ ਹੋ, ਜੀ ਜੀ। ਇਹ ਭਗਤ ਸਿੰਘ ਹੋਣਾ ਦੇ ਹੱਥਾਂ ਲੱਗਾ ਹੋਇਆ। ਆਹ ਦਰਖਤ ਜਿਹੜਾ ਉੱਪਰ ਹਾਂਜੀ, ਔਰ ਇਹਦੀ ਛਾਂ ਥੱਲੇ ਬੈਠ ਕੇ ਫੋਟੋ ਫੜਦੇ ਨਹੀਂ ਸੀ। ਅੱਛਾ ਜੀ। ਇਸੇ ਤਰ੍ਹਾਂ ਤੁਸੀਂ ਨੀਚੇ ਆ ਜਾਓ। ਇਹ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਜਿਹੜਾ ਥਾਂ ਨੀਚੇ ਹੈ, ਤੁਸੀਂ ਮੈਨੂੰ ਲੱਗਦਾ ਵੀ ਜੋ ਉਸ ਟਾਈਮ ਤੇ origignal ਸੀ ਉਹੀ ਨੀਆਂ ਤੇ, ਤੁਸੀਂ ਉਸੇ ਨੀਹਾਂ ਤੇ ਰੱਖਿਆ ਹੋਇਆ। ਉਹੀ ਨੀਆਂ, ਉਹੀ ਫਰਸ਼ ਔਰ ਉਹੀ ਦੀਵਾਰਾਂ ਤੇ ਮੌਜੂਦ ਹੈ। ਔਰ ਇਹ ਉਹ ਕਮਰਾ ਹੈ ਜਿੱਥੋਂ ਭਗਤ ਸਿੰਘ ਉਹਨਾਂ ਨੇ ਆਪਣੀ ਤਹਿਰੀਕਾਂ ਦਾ ਆਗਾਜ਼ ਕੀਤਾ ਸੀ। ਮੈਂ ਇੱਕ ਐਂਟਰ ਕੀਤਾ ਜੀ, ਮੈਨੂੰ ਇੱਕ ਦਰਵਾਜ਼ੇ ਤੋਂ ਜੇ ਆਪਾਂ ਸ਼ੁਰੂ ਕਰੀਏ, ਇਹ ਦਰਵਾਜ਼ਾ ਵੀ ਉਹ ਆ ਜੀ? ਦਰਵਾਜ਼ੇ ਉਸੇ ਦੌਰ ਦੇ ਨੇ, ਵੈਸੇ ਜ਼ਰਾ ਚੌੜਾਈ ਇਹਨਾਂ ਦੀ ਜ਼ਿਆਦਾ ਸੀ, ਇਹਨਾਂ ਨੂੰ ਰੰਦ ਕੇ ਥੋੜਾ ਸਮਾਰਟ ਕਰ ਦਿੱਤਾ ਹੈ। ਅੱਛਾ। ਦਰਵਾਜ਼ੇ ਉਹੀ ਨੇ, ਤੇ ਡਿਜ਼ਾਈਨ ਵਗੈਰਾ ਹੋਈ ਹੈ? ਉਹੀ ਡਿਜ਼ਾਈਨ ਹੈ, ਸਿਰਫ ਹੈਂਡਲ ਲੱਕੜ ਵੀ ਉਹੀ ਹੈ। ਲੱਕੜ ਵੀ ਉਹੀ, ਅਸੀਂ ਸਿਰਫ ਹੈਂਡਲ ਲਾਏ ਆ ਇਹਨੂੰ। ਅੱਛਾ। ਜਾਂ ਕੁੰਡੇ ਲਾ ਦਿੱਤੇ Security purpose। ਹਾਂਜੀ, ਥੋੜਾ ਇਹਨੂੰ ਕਰ ਦਿੱਤਾ ਅਸੀਂ। ਤੇ ਦਰਵਾਜ਼ੇ ਦੀ ਲੱਕੜ ਵੀ ਉਹੀ ਹੈ। ਇਹ ਤੁਸੀਂ ਫਰਸ਼ ਦੇਖ ਰਹੇ ਹੋ ਨੀਚੇ, ਇਹ ਫਰਸ਼ ਵੀ ਉਹੀ ਹੈ ਜਿਹੜਾ ਭਗਤ ਸਿੰਘ ਉਹਨਾਂ ਦੇ ਦੌਰ 'ਚ ਸੀ। ਵੈਰੀ ਗੁੱਡ। ਕਿੰਨਾ ਨੀਵਾ, ਮੈਂ ਚਾਹਾਂਗਾ ਭਾਈ ਸਾਹਿਬ ਤੁਸੀਂ ਥੋੜਾ ਦਿਖਾਇਓ ਕਿੰਨਾ ਉੱਚਾ ਹੈਗਾ, ਇਹਦੇ ਨਾਲ ਜ਼ਮੀਨ ਨਾਲੋਂ ਕਿੰਨਾ ਨੀਵਾ ਹੈ? ਤਕਰੀਬਨ ਇਹ ਨੀਵਾ ਹੋ ਗਿਆ ਜੀ ਹੁਣ ਕੋਈ 3.5 ਫੁੱਟ ਦੇ 3.5 ਕਰੀਬ, ਫੁੱਟ 4 ਫੁੱਟ 3.5-4 ਫੁੱਟ ਦੇ ਕਰੀਬ ਨੀਵਾ ਹੋ ਚੁੱਕਿਆ ਪਰ ਹੈ। ਉੱਥੇ ਹੀ ਰੱਖਿਆ ਤੁਸੀਂ? ਹਾਂਜੀ, ਇਸੇ ਵਾਸਤੇ ਸਾਨੂੰ ਸਟੈਪ ਡਾਊਨ ਹੋ ਕੇ ਆਣਾ ਪੈਂਦਾ ਇੱਥੇ। ਵੈਰੀ ਗੁੱਡ। ਤੇ ਇਹ ਅਸਲ ਯਾਦਗਾਰ ਹੈ ਨਾ? ਅਸਲ ਹੈ, ਬਿਲਕੁਲ। ਇਹ 2 ਕਮਰੇ ਸਨ। ਹਾਂਜੀ, ਆਓ ਆਪਾਂ ਦੇਖਦੇ ਹਾਂ ਥੋੜਾ ਹੋਰ। ਇਹ ਤੁਹਾਨੂੰ ਜਰਾ ਦਿਖਾ ਦਈਏ ਕਿ ਮੈਨੂੰ ਭਗਤ ਬੜੀ ਸਿੰਘ, ਖੁਸ਼ੀ ਹੋਈ ਹੈ ਕਿ ਤੁਸੀਂ ਸਾਰੀਆਂ ਜਿੰਨੇ ਵੀ ਉਦੋਂ ਦੇਸ਼ ਭਗਤ ਸੀਗੇ ਸਾਰਿਆਂ ਦੀਆਂ ਫੋਟੋਆਂ ਲਾਈਆਂ। ਹਾਂ ਜੀ, ਬਿਲਕੁਲ। ਇਹ ਜੀ ਭਗਤ ਸਿੰਘ ਹੋਣੀ ਜਦੋਂ ਵਾਹ, ਅੱਛਾ। 10 ਸਾਲ ਦੇ ਸੀ। ਠੀਕ ਹੈ। ਹਾਂਜੀ, ਜਦੋਂ ਏਜ ਉਹਨਾਂ ਦੀ 10 ਇਅਰਸ। ਵੈਰੀ ਗੁੱਡ। ਇਹ ਉਹਨਾਂ ਦੀ ਓਰੀਜਨਲ ਤਸਵੀਰ ਹੈ। ਵੈਰੀ ਗੁੱਡ। ਅੱਛਾ। ਤੇ ਇਸੇ ਤਰ੍ਹਾਂ ਹੀ ਸਾਹਮਣੇ ਅਗਰ ਤੁਸੀਂ ਦੇਖੋ, ਇਸ ਤੋਂ ਪਹਿਲਾਂ ਮੈਂ ਅੱਛਾ ਠੀਕ ਹੈ। ਪੂਰੀ ਜਵਾਨੀ ਦੇ ਵਿੱਚ ਭਗਤ ਸਿੰਘ ਹੋਣਾ ਦੀ ਫੋਟੋ ਹੈ। ਅੱਛਾ। ਇਹ ਨਾਲ ਇਹਨਾਂ ਦੀ ਮਦਰ ਨੇ ਹਾਂ। ਵਿਦਿਆਵਤੀ, ਇਹ ਇਹਨਾਂ ਦੇ ਫਾਦਰ ਨੇ ਸਰਦਾਰ ਕਿਸ਼ਨ ਸਿੰਘ। ਠੀਕ ਠੀਕ ਹੈ। ਹੈ। ਔਰ ਇਹ ਇਹਨਾਂ ਦੇ ਸਾਥੀ ਸੀ ਤਿੰਨੋਂ, ਸੁਖਦੇਵ, ਰਾਜਗੁਰੂ ਔਰ ਭਗਤ ਸਿੰਘ। ਠੀਕ ਹੈ। ਕਿਉਂਕਿ ਇਹਨਾਂ ਤਿੰਨਾਂ ਨੂੰ ਇੱਕੋ ਟਾਈਮ 'ਚ ਤਖਤਾਦਾਰ ਕੀਤਾ ਗਿਆ ਸੀ। ਸੁਖਦੇਵ ਲੁਧਿਆਣੇ ਤੋਂ ਸੀਗੇ? ਹਾਂਜੀ, ਇਹ ਤਿੰਨਾਂ ਨੂੰ ਇਕੱਠੇ ਸਜ਼ਾਏ ਮੌਤ ਹੋਈ ਹਾਂਜੀ ਸੀ। ਹਾਂਜੀ। ਔਰ ਇਹ ਇਹਨਾਂ ਦੇ ਗੁਰੂ ਮੈਂ- ਸਨ ਭਗਤ ਸਿੰਘ ਦੇ, ਜਿਨ੍ਹਾਂ ਦਾ ਨਾਮ ਸੀ ਚੰਦਰ ਸ਼ੇਖਰ ਆਜ਼ਾਦ। ਵਾਹ ਜੀ ਵਾਹ। ਗਦਰੀ ਬਾਬੇ ਵੀ ਜੇ ਸਾਡੇ ਕੋਲ ਜਨਾਬ ਲਾਏ ਹੋਏ। ਠੀਕ ਹੈ ਜੀ। ਔਰ ਉਸ ਸੋਹਣ ਸਿੰਘ ਦੌਰ ਭਗਤ ਦੇ ਜੀ। ਫਰੀडम ਫਾਈਟਰਸ, ਚਾਹੇ ਉਹ ਮੁਸਲਮਾਨ ਸਨ, ਚਾਹੇ ਉਹ ਸਿੱਖ ਨਹੀਂ, ਉਹ ਤਾਂ ਸਨ, ਦੇਸ਼ ਭਗਤ ਜਿਹੜੇ ਸੀਗੇ। ਅੰਗਰੇਜ਼ ਦੇ ਖਿਲਾਫ ਲੜ ਰਹੇ ਉਹ ਤਾਂ ਸੀ। ਦੇਸ਼ ਭਗਤ ਸੀਗੇ ਤੇ ਉਹਨਾਂ ਨੇ ਤਾਂ ਆਜ਼ਾਦੀ ਲਈ ਆਪਣੀ ਲੜਾਈ ਲੜੀ ਸੀ। ਆਜ਼ਾਦੀ ਲੜਾਈ। ਮੈਨੂੰ ਇੱਕ ਹੋਰ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਕਿੰਨੀ ਦੇਰ ਤੱਕ ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਪਣਾ ਜਿਹੜਾ ਜੀਵਨ ਬਤੀਤ ਕੀਤਾ, ਕਿੰਨੀ ਉਮਰ ਤੱਕ? ਇਹ ਜੀ ਦੇਖੋ, 1907 ਚ ਉਹਨਾਂ ਦੀ ਪੈਦਾਇਸ਼ ਹੋਈ ਜੀ ਜੀ। ਔਰ ਇਸ ਕਮਰੇ 'ਚ ਪੈਦਾਇਸ਼ ਹੋਈ ਉਹਨਾਂ ਉਹ ਦੀ। ਅੱਛਾ। ਇਹ ਉਹ ਕਮਰਾ ਜਨਮ ਸਥਾਨ ਹੈ। ਵਾਹ ਵਾਹ। ਇਹ ਉਹ ਜਨਮ ਸਥਾਨ ਹੈ ਜਿੱਥੇ ਭਗਤ ਸਿੰਘ ਹੋਣਾ ਦੀ ਜਿਸ ਕਮਰੇ 'ਚ ਪੈਦਾਇਸ਼ ਹੋਈ ਸੀ। 28 ਸਤੰਬਰ 1907 ਚ ਪੈਦਾ ਹੋਏ। ਜੀ ਜੀ। ਉਸ ਤੋਂ ਬਾਅਦ ਤਕਰੀਬਨ ਜਦੋਂ 5-6-7 ਸਾਲ ਦੇ ਸੀ ਤੇ ਉਹਨਾਂ ਨੇ ਫਿਰ ਇੱਥੋਂ ਹੀ ਉਹਨਾਂ ਦੀ ਇਬਤਦਾਈ ਤਾਲੀਮ ਸਟਾਰਟ ਹੋਈ ਸੀ। ਜੀ। ਠੀਕ ਹੈ। ਔਰ ਫਿਰ ਉੱਥੋਂ ਨਾਲ ਦਾ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ, ਉੱਥੋਂ ਉਹਨਾਂ ਨੇ ਆਪਣੀ ਤਹਿਰੀਕਾਂ ਦਾ ਆਗਾਜ਼ ਸ਼ੁਰੂ ਕੀਤਾ ਸੀ। ਜੀ ਜੀ ਜੀ। ਔਰ ਤਕਰੀਬਨ 1900 ਕੋਈ 22-23 ਤੱਕ ਉਹ ਇੱਥੇ ਰਹੇ। ਓਕੇ। ਉਸ ਤੋਂ ਬਾਅਦ ਸਾਡਾ ਮਤਲਬ 16-17 ਸਾਲ ਰਹੇ ਇੱਥੇ। 16-17 ਸਾਲ, ਆਪਣੇ- 24 ਸਾਲ ਤੱਕ ਉਹ ਸਾਰੀ ਉਮਰ ਸੀ। ਟੋਟਲ ਤਾਂ ਉਮਰ ਹੀ 23-24 ਸਾਲ। 23-24 ਸਾਲ ਉਹਨਾਂ ਦੀ ਉਮਰ ਸੀ। ਹਾਂ। ਔਰ ਉਸ ਤੋਂ ਬਾਅਦ ਫਿਰ ਲਾਹੌਰ, ਜੋ ਕਿ ਮੇਨ ਗਾੜੀ ਲਾਹੌਰ ਸੀ, ਹਮ। ਉੱਥੇ ਫਿਰ ਉਹਨਾਂ ਨੇ ਆਪਣੀ ਤਹਿਰੀਕਾਂ ਸਾਰੀਆਂ ਚਲਾਈਆਂ। ਜੀ। ਉੱਥੇ ਹੀ ਉਹਨਾਂ ਨੇ ਫਿਰ ਇਜਲਾਸ ਹੁੰਦਾ ਸੀ ਤੇ ਉਹਨਾਂ ਨੇ ਬੰਬ ਸੁੱਟਿਆ ਸੀ, 10 ਬੰਬ ਸੁੱਟਿਆ ਸੀ। ਜੀ। ਔਰ ਆਪਣੀ ਗ੍ਰਿਫਤਾਰੀ ਵੀ ਉਹਨਾਂ ਨੇ ਖੁਦ ਹੀ ਦੇ ਦਿੱਤੀ ਸੀ। ਜੀ ਜੀ ਜੀ। ਫਿਰ ਉਹਨਾਂ ਨੇ ਜਿਹੜਾ ਪੁਲਿਸ ਅਫੀਸਰ ਜਿਹੜਾ ਸੀ, ਉਹ ਉਹਨਾਂ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਇਹਨਾਂ ਨੂੰ ਫਿਰ ਸਜ਼ਾਏ ਮੌਤ ਹੋਈ ਸੀ। ਜੀ। ਉਹ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਦਾ ਨਾਮ G.S. ਸੈਂਡਰਸ ਸੀ। ਅੱਛਾ। ਔਰ ਉਹਨਾਂ ਦਾ ਮਰਡਰ ਕੀਤਾ ਸੀ।
ਔਰ ਉਸ ਦੌਰ 'ਚ ਦੇਖੋ ਜਿਹੜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸੀ ਉਹਨਾਂ ਨੇ ਇਹਨਾਂ ਨੂੰ ਫਰੀडम ਫਾਈਟਰ ਡਿਕਲੇਅਰ ਕੀਤਾ ਸੀ ਔਰ ਉਹਨਾਂ ਨੇ ਕਿਹਾ ਸੀ ਮੈਂ ਤੇਰਾ ਕੇਸ ਲੜ ਲੈਣਾ ਔਰ ਤੈਨੂੰ ਮੈਂ ਬਰੀ ਵੀ ਕਰਾ ਦਾਂਗਾ। ਠੀਕ ਹੈ। ਲੇਕਿਨ ਇਹਨਾਂ ਨੇ ਕਿਹਾ ਸੀ, ਭਗਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਅਗਰ ਮੈਂ ਜ਼ਿੰਦਾ ਬਚ ਗਿਆ ਤਾਂ ਮੇਰਾ ਨਾਮ ਖਤਮ ਹੋ ਜਾਏਗਾ। ਔਰ ਇਹਨਾਂ ਨੇ ਆਪਣਾ ਜਿਹੜਾ ਸੀ ਫੰਦਾ ਚੁੰਮ ਕੇ ਇਹਨਾਂ ਨੇ ਆਪਣੇ ਗਲ 'ਚ, ਚਲੋ ਇੰਨੀ ਥੋੜੀ ਉਮਰ ਵਿੱਚ ਕੀ ਕਿੰਨਾ ਵੱਡਾ ਨਾਮ, ਕਿੰਨਾ ਜਜ਼ਬਾ ਸੀ ਉਦੋਂ ਉਹਨਾਂ ਦਿਨਾਂ 'ਚ। ਸਾਡੇ ਜਿਹੜੇ ਇਹ ਸ਼ਹੀਦੀ ਕੋਈ ਸੌਖਾ ਕੰਮ ਨਹੀਂ ਹੈਗਾ ਜੀ। ਸਾਨੂੰ ਕਵੇ ਕੋਈ ਇੱਥੇ ਸ਼ਹੀਦੀ ਦੇ ਸਾਡੇ ਕੋਲ ਨਹੀਂ ਦਿੱਤੀ ਜਾਂਦੀ ਕਿਸੇ ਕੰਮ। ਇਹ ਬੜੀ ਜ਼ਰੂਰਤ ਦਾ ਕੰਮ ਹੈ। ਇਹ ਅਮਰ ਹੈ, ਇਹ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਂ ਰਹਿਣਾ ਤੇ ਕਦੇ ਵੀ ਇਹਨਾਂ ਨੇ ਮਰਨਾ ਨਹੀਂ। ਮਰਤਾ ਸਾਰਿਆਂ ਨੇ ਜਾਣਾ ਜੀ। ਜਿਹੜਾ ਵੀ ਕੰਮ ਕਰਕੇ ਮਰ ਜਾਂਦਾ ਤੇ ਜਾਂ ਸ਼ਹੀਦੀਆਂ ਪਾ ਜਾਂਦਾ ਨਾਮ ਜਿੰਦਾ ਰਹਿੰਦਾ। ਉਹਦੇ ਕਿੰਨੇ ਸਾਲ ਹੋ ਗਏ? 23 ਮਾਰਚ 1931 ਨੂੰ ਹੈਂਗ ਹੋਏ। ਹਾਂਜੀ। ਤੇ ਅੱਜ ਦੇਖੋ ਤੁਸੀਂ 2019 ਆ ਗਿਆ। ਜੀ ਜੀ ਜੀ। ਹਾਂ ਦੇਖੋ ਨਾ 88 99 ਸਾਲ 89 ਇਅਰਸ ਹੋ ਗਏ। ਸੈਂਚੁਰੀ ਆਉਣ ਵਾਲੀ ਹੈ ਜੀ। ਸੈਂਚੁਰੀ ਹੋਣ ਵਾਲੀ ਹੈ ਔਰ ਦਿਨ ਬ ਦਿਨ ਇਜ਼ਾਫਾ ਹੀ ਹੁੰਦਾ ਜਾ ਰਿਹਾ ਹੈ ਜੀ। ਉਹਨਾਂ ਦੀ ਨੇਕਨਾਮੀ ਦੇ ਵਿੱਚ, ਜੀ। ਉਹਨਾਂ ਦੀ ਸ਼ੋਹਰਤ ਦੇ ਵਿੱਚ, ਜੀ, ਜੀ। ਹਾਂਜੀ ਇੱਜ਼ਤ ਦੇ ਵਿੱਚ। ਜਿਹੜਾ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਜੇਲ੍ਹ ਦੀ ਤਸਵੀਰ ਹੈ ਓਰੀਜਨਲ। ਜੀ। ਵੈਸੇ ਅਸੀਂ ਸਾਈਜ਼ ਜ਼ਰਾ ਵੱਡਾ ਕਰ ਦਿੱਤਾ ਹੈ ਪੜ੍ਹਦੇ ਹੋਏ ਆ। ਹਾਂ ਤੇ ਕੈਦੀ ਜੇ ਤੁਸੀਂ ਦੇਖੋ ਨਾ ਉਦੋਂ ਕੈਦੀ ਹੁੰਦੇ ਸਨ, ਹਾਂਜੀ। ਉਹਨਾਂ ਨੂੰ ਬੈਟਰ ਕਲਾਸ ਜਿਹਨੂੰ ਅਸੀਂ B ਕਲਾਸ ਕਹਿੰਦੇ ਆ ਜੀ। ਉਹਦੇ ਵਾਸਤੇ ਤਹਿਰੀਕ ਭਗਤ ਸਿੰਘ ਉਹਨਾਂ ਨੇ ਚਲਾਈ ਸੀ ਕਿ ਸਾਨੂੰ ਕਿਤਾਬ ਮਿਲਣੀ ਚਾਹੀਦੀ ਹੈ ਸਾਡੇ ਮਜ਼ਹਬ ਜੀ। ਦੀ ਔਰ ਸਾਨੂੰ ਜਿਹੜਾ ਸਹੂਲਤ ਅਖਬਾਰ ਮਿਲਣੀ ਚਾਹੀਦੀ ਹੈ ਉਹ ਇੱਕ ਕੈਦੀ ਦਾ ਹੱਕ ਹੈ। ਔਰ ਉਹ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਵੀ ਦੇਖੋ ਉਹਨਾਂ ਦੀ ਤਸਵੀਰ ਹੈ ਜਿਹਦੇ ਵਿੱਚ ਉਸ ਦੌਰ ਦੇ DSP ਸਾਹਿਬ ਸੀ ਪੰਨੂ ਸਾਹਿਬ। ਜੀ ਜੀ। ਉਹ ਇੰਟਰੋਗੇਸ਼ਨ ਕਰਦੇ ਆਇਆ, ਅੰਗਰੇਜ਼ਾਂ ਦਾ ਪੈਗਾਮ ਵੀ ਲੈ ਕੇ ਆਏ। ਜੀ, ਜੀ। ਉਹਨਾਂ ਨੇ ਕਿਹਾ ਅਗਰ ਤੁਸੀਂ ਆਪਣੀ ਅੰਗਰੇਜ਼ਾਂ ਨੇ ਪੈਗਾਮ ਦਿੱਤਾ ਅਗਰ ਤੁਸੀਂ ਉਹਨਾਂ ਦੀ ਗੁਲਾਮੀ ਕਬੂਲ ਕਰ ਲਓ ਜੀ, ਜੀ। ਉਹ ਤੁਹਾਡੀ ਸਜ਼ਾ ਮੌਤ ਖਤਮ ਕਰ ਦੇਣਗੇ। ਜੀ ਅੱਛਾ। ਤਾਂ ਉਹਨਾਂ ਨੇ ਕਿਹਾ ਸੀ ਜਿਹੜਾ ਹੈ ਨਾ ਇਹ ਨਹੀਂ ਹੋ ਸਕਦਾ, ਗੁਲਾਮੀ ਨਹੀਂ, ਮੈਂ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣਾ ਹੈ। ਹਾਂਜੀ। ਠੀਕ ਹੈ। ਤੁਸੀਂ ਇਹ ਸਾਰੀਆਂ ਫੋਟੋਆਂ ਜਿਹੜੀਆਂ ਲਾਈਆਂ ਇਹ ਤੁਹਾਡੇ ਵਾਲਦ ਸਾਹਿਬ ਨੇ ਲਾਈਆਂ ਸੀ ਕਿ ਤੁਸੀਂ ਆਣ ਕੇ ਸ਼ੁਰੂ ਕੀਤਾ? ਅਸਲ 'ਚ ਮੈਂ ਔਰ ਮੇਰੇ ਵਾਲਦ ਸਾਹਿਬ ਜਿਹੜੇ ਸੀ ਨਾ ਅਸੀਂ ਇਕੱਠੇ ਇਹਨੂੰ ਲੁੱਕ ਆਫਟਰ ਕਰਦੇ ਸਾਂ। ਤੇ ਉਹਨਾਂ ਦੀ ਡੈਥ ਹੋਈ ਆ 2016 ਦੇ ਵਿੱਚ। ਅੱਛਾ ਹੁਣ ਰੀਸੈਂਟਲੀ ਹੋਇਆ 3 ਸਾਲ ਸਵਾ 2 ਸਾਲ ਦਾ ਜੀ। ਰਾਈਟ। ਤੇ ਉਹ ਫਿਰ ਉਹਨਾਂ ਦੀ ਕਿੰਨੀ ਉਮਰ ਸੀ ਜੀ? ਉਹਨਾਂ ਦੀ ਮਾਸ਼ਾਅੱਲਾ 73 ਸਾਲ ਉਮਰ ਸੀ ਜਦੋਂ ਡੈਥ ਹੋਈ। ਅੱਛਾ ਬਹੁਤ ਥੋੜੀ ਸੀ। ਅੱਛਾ। ਹਾਂਜੀ। ਤੇ ਇਹਦਾ ਮਤਲਬ ਉਹਨਾਂ ਦਾ ਜਨਮ ਵੀ ਫਿਰ ਬਾਅਦ ਚ ਹੋਇਆ? ਉਹ ਪਾਕਿਸਤਾਨ ਜਦੋਂ ਬਣਿਆ ਪਾਰਟੀਸ਼ਨ ਹੋਈ ਤੇ ਉਹਨਾਂ ਦੀ ਉਮਰ ਉਦੋਂ 4-5 ਸਾਲ ਸੀ। ਅੱਛਾ। ਉਹ ਛੋਟੇ ਹੀ ਸੀ ਠੀਕ ਹੈ। ਜਦੋਂ ਇਸ ਘਰ ਚ ਆ ਗਏ ਸੀ। ਠੀਕ ਹੈ। ਇਹ ਤੁਹਾਡਾ ਮਤਲਬ ਕਹਿਣ ਦਾ ਵੀ ਤੁਹਾਡੇ ਦਾਦਾ ਜੀ ਜਿਹੜੇ ਉਹ ਪਹਿਲਾਂ ਇਸ ਹਵੇਲੀ 47 ਚ ਮੇਰੇ ਦਾਦਾ ਬੂ ਜਿਹੜੇ ਸਨ ਨਾ ਜੀ ਉਹਨਾਂ ਨੂੰ ਇੱਕ ਕਾਰ ਟਾਪ ਪ੍ਰਾਇੋਰਟੀ ਤੇ ਅਲਾਟ ਹੋਇਆ। ਠੀਕ ਹੈ। ਕਿਉਂਕਿ ਉਹ ਲਿਵਰ ਦੇ ਜਿਗਰ ਦੇ ਹਕੀਮ ਸੀ। ਅੱਛਾ। ਔਰ ਇੰਡੀਆ ਦੇ ਵਿੱਚ ਉਹਨਾਂ ਨੇ ਫੀਸ ਸਬੀਲਿਲ੍ਲਾਹ ਵਾਸਤੇ ਖਿਦਮਤ ਕੀਤੀ। ਓਕੇ। ਔਰ ਉਹਨਾਂ ਦੀ ਖਿਦਮਤ ਨੂੰ ਵੇਖਦੇ ਹੋਏ ਇਹ ਕਾਰ ਟਾਪ ਪ੍ਰਾਇੋਰਟੀ ਤੇ ਸਾਨੂੰ। ਓਕੇ। ਤੇ ਨਾਲ ਫਿਰ ਜ਼ਮੀਨ ਵੀ ਤੁਹਾਨੂੰ ਮਿਲੀ? ਜ਼ਮੀਨ ਵੀ ਭਗਤ ਸਿੰਘ ਉਹਨਾਂ ਦੀ ਜਿਹੜੀ ਜ਼ਮੀਨ ਉਹ ਵੀ ਸਾਡੇ ਕੋਲ। ਉਹ ਵੀ ਤੁਹਾਡੇ ਕੋਲ ਹੈ? ਕਿੰਨੀ ਜ਼ਮੀਨ ਸੀ ਜੀ ਉਹਨਾਂ ਕੋਲ? ਇੱਕ ਮਰਬਾ ਜ਼ਮੀਨ ਸੀ। 25 ਏਕੜ। ਜ਼ਮੀਨ ਸੀ। ਅੱਛਾ। ਉਹ ਵੀ ਸਾਡੇ ਕੋਲ ਹੀ ਹੈ। ਉਹ ਵੀ ਤੁਹਾਡੇ ਕੋਲ। ਠੀਕ ਹੈ। ਤੇ ਤੁਸੀਂ ਉੱਥੇ ਹੁਣ ਵੀ ਖੇਤੀਬਾੜੀ ਕਰਦੇ ਹੋ? ਹਾਂਜੀ ਖੇਤੀਬਾੜੀ ਆਪ ਹੀ ਰੱਖੀ ਸਾਰੀ ਜ਼ਮੀਨ? ਹਾਂਜੀ। ਨਹੀਂ ਦਿੱਤੀ ਤੇ ਹੋਈ ਠੇਕੇ ਤੇ। ਠੇਕੇ ਤੇ। ਲੇਕਿਨ ਜ਼ਮੀਨ ਤੇ ਆਪਣੇ ਕੋਲ ਹੀ ਹੈ ਸਾਡੀ। ਠੀਕ ਹੈ। ਠੀਕ ਹੈ। ਉਹ ਵਾਲਦ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਫੌਤ ਹੋਣ ਤੋਂ ਕੋਈ 2-3 ਸਾਲ ਪਹਿਲੇ 4 ਸਾਲ ਪਹਿਲੇ ਉਹ ਠੇਕੇ ਤੇ Okay. ਲਿਖਣੀ। ਵਰਨਾ ਸ਼ੁਰੂ ਤੋਂ ਆਪ ਹੀ ਸੀ ਵਾਹੀ ਕਰਦੇ। ਠੀਕ ਹੈ। ਇਹ ਜਿਹੜੀਆਂ ਫੋਟੋ ਲਾਈਆਂ ਸਭ ਇਹ ਹਾਂਜੀ ਇਹ ਬੜਾ ਜੀ ਅਸੀਂ ਇੱਥੇ ਖੱਪੇ ਇਹ ਕਿੰਨਾ ਕੁ ਚਿਰ ਹੋਇਆ ਲੱਗੀਆਂ ਇਹਨਾਂ ਨੂੰ? ਨਹੀਂ ਲੱਗਿਆ ਨੂੰ ਤੇ ਹੋ ਗਏ ਜੀ 5 ਸਾਲ। 5 ਸਾਲ ਹੋਇਆ? ਅੱਛਾ। ਹਾਂਜੀ। ਲੇਕਿਨ ਕਲੈਕਸ਼ਨ 'ਚ ਬੜਾ ਟਾਈਮ ਲੱਗਿਆ। ਬਿਲਕੁਲ ਨਹੀਂ ਲੱਗਦਾ ਕਲੈਕਸ਼ਨ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਵੀ ਇਸ ਤਰ੍ਹਾਂ ਦਾ ਗਦਰੀ ਬਾਬਾ ਜਾਂ ਜਿਹੜੇ ਸ਼ਹੀਦੀਆਂ ਜਿਨ੍ਹਾਂ ਨੇ ਪਾਈਆਂ ਵੀ ਉਹ ਮਤਲਬ ਨਹੀਂ ਹੈਗੇ ਜਿਨ੍ਹਾਂ ਨੇ 47 ਚ ਯੋਗਦਾਨ ਪਾਇਆ। ਮੈਂ ਦੇਖ ਰਿਹਾ ਜਿੰਨੇ ਫਰੀडम ਫਾਈਟਰ ਸੀ 200-250 ਫੋਟੋਆਂ ਜਿਹੜੀਆਂ ਇਸ ਤੋਂ ਜ਼ਿਆਦਾ ਨਹੀਂ ਲੱਗੀਆਂ। 350 ਦੇ ਕਰੀਬ ਫੋਟੋ ਹੈ ਜੀ। 350। ਠੀਕ ਹੈ। ਉਹ ਜਨਾਬ ਸਾਰੀ ਅਸੀਂ ਜਿਹੜੀ ਹੈ ਨਾ ਜੀ। ਠੀਕ ਹੈ। ਕਿਉਂਕਿ ਦੇਖੋ ਇੱਥੇ ਇੱਟਾਂ ਰੋੜਿਆਂ ਨਹੀਂ ਵੇਖਣ ਆਣਾ ਕਿਸੇ ਦੀ ਹਿਸਟਰੀ ਪੜ੍ਹਨੀ ਹੈ। ਇਹ ਮਿਊਜ਼ੀਅਮ ਬਣ ਗਿਆ। ਇੱਥੇ ਸਟੂਡੈਂਟਸ ਆਉਂਦੇ ਨੇ, ਪ੍ਰੋਫੈਸਰਸ ਆਉਂਦੇ ਨੇ। ਹੁਣ ਇਸ ਸੰਡੇ ਨੂੰ ਵਾਈਸ ਚਾਂਸਲਰ ਸਾਹਿਬ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਜ਼ਫਰ ਇਕਬਾਲ ਅੰਦਾਵਾ ਸਾਹਿਬ ਅੱਛਾ ਇੱਥੋਂ ਉਹ ਤਸ਼ਰੀਫ ਲਿਆ ਰਹੇ ਨੇ। ਠੀਕ ਹੈ। ਇਸ ਸੰਡੇ ਅਸੀਂ ਉਹਨਾਂ ਨੂੰ ਇਨਵਾਈਟ ਕਰਕੇ ਆਏ ਸੀ 4 ਦਿਨ ਪਹਿਲੇ। ਵੈਰੀ ਗੁੱਡ। ਤੇ ਬਾਕੀ ਸਰਦਾਰ ਲਵਲੀ ਸਿੰਘ ਜਿਹੜੇ ਨੇ ਇਹਨਾਂ ਦਾ ਬੜਾ ਅਹਿਮ ਕਿਰਦਾਰ ਹੈ ਜੀ। ਸਾਡੇ ਇਵੈਂਟ ਹੁੰਦੇ ਨੇ ਇੱਥੇ 23 ਮਾਰਚ ਦੇ ਹਵਾਲੇ ਨਾਲ। ਠੀਕ ਹੈ। ਫਿਰ ਅਸੀਂ ਇਕੱਠੇ ਦੋਸਤ ਸਾਰੇ ਮਿਲ ਕੇ ਇੱਥੇ ਸ਼ਮਾ ਰੋਸ਼ਨ ਕਰੀਦੀਆਂ, ਦੀਏ ਜਲਾਈਦੇ ਨੇ। ਠੀਕ ਹੈ। 28 ਸਤੰਬਰ ਨੂੰ ਭਗਤ ਸਿੰਘ ਹੁਣਾਂ ਦੀ ਸਾਲਗਿਰਾ ਹੁੰਦੀ ਹੈ। ਫਿਰ ਅਸੀਂ ਕੇਕ ਕੱਟੀਦਾ ਹੈ। ਅੱਛਾ ਜੀ। ਇੱਥੇ 41 ਤੋਂ ਲੈ ਕੇ BBC ਤੱਕ ਸਾਰੇ ਚੈਨਲਸ ਕਵਰੇਜ ਵਾਸਤੇ ਆਉਂਦੇ ਨੇ। 100ਵੀਂ ਬਰਸੀ ਉਹਨਾਂ ਦੀ ਆ ਰਹੀ ਹੈ ਤੇ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਲਿਖਿਆ ਵੀ ਤੁਸੀਂ ਕੋਈ ਬਹੁਤ ਵੱਡੇ ਇਕੱਠ ਤੇ ਲੈਵਲ ਤੇ ਇਕੱਠ ਕਰੋਗੇ ਵਰਲਡ ਵਾਈਡ ਤੋਂ ਲੋਕਾਂ ਨੂੰ ਸੱਦ ਕੇ? ਹਾਂਜੀ ਇਨਸ਼ਾਅੱਲਾ ਇਨਵਾਈਟ ਕਰਾਂਗੇ ਅਸੀਂ। ਫਿਲਹਾਲ ਤਾਂ ਦੇਖੋ ਉਹਨਾਂ ਦੀ 19 ਹੋਣੀ ਹੈ। ਹਾਂਜੀ ਉਹਨੂੰ ਕਹਿੰਦੇ ਜਦੋਂ ਸੈਂਚੁਰੀ ਹੋਣੀ। ਜਦੋਂ ਸੈਂਚੁਰੀ ਹੋਏਗੀ 10 ਸਾਲ ਦੇ ਬਾਅਦ ਦੀ। ਹਾਂਜੀ ਉਦੋਂ ਤੱਕ ਤੇ ਕਾਫੀ ਇਹਦੇ ਵਿੱਚ ਤੇਜ਼ੀ ਆ ਗਈ ਹੋਏਗੀ। ਠੀਕ ਹੈ। ਔਰ ਸੋਸ਼ਲ ਮੀਡੀਆ ਚੁੱਕੇ ਬੜਾ ਫਾਸਟ ਹੈ। ਸਾਡਾ ਵੈਸੇ ਮੀਡੀਆ ਬਹੁਤ ਫਾਸਟ ਹੈ। ਤੇ ਅਸੀਂ ਇਨਸ਼ਾਅੱਲਾ ਤਾਲਾ ਇਹਨੂੰ ਬਿਹਤਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਅਸੀਂ ਇਹਨੂੰ ਜਿੰਨੀ ਵੀ ਹਰ ਸਾਲ ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰੀਦੀ ਹੈ। ਜੀ ਜੀ। ਤੇ ਉਹ ਇਨਸ਼ਾਅੱਲਾ ਤਾਲਾ ਠੀਕ ਹੈ। ਥੈਂਕ ਯੂ।
ਮੈਂ ਇੱਕ ਹੋਰ ਪੁੱਛਣਾ ਚਾਹੁੰਦਾ ਸੀ ਵੀ ਕੋਈ ਟਰਸਟ ਬਣੀ ਹੈ ਕਿ ਤੁਸੀਂ ਆਪਣੇ ਤੌਰ ਤੇ ਇਹ ਸਾਰਾ ਕਰ ਰਹੇ ਹੋ? ਅਸੀਂ ਆਪਣੇ ਤੌਰ ਤੇ ਕਰਨੇ ਜੀ। ਅੱਛਾ, ਮੈਨੂੰ ਆ ਥੋੜਾ ਜਿਹਾ ਸਮਾਨ ਦਿਖ ਰਿਹਾ ਜੀ। ਹਾਂਜੀ, ਇਹ ਚਰਖਾ ਜਿਹੜੀ ਭਗਤ ਸਿੰਘ ਉਹਨਾਂ ਦੀ ਵਾਲਦਾ ਅੱਛਾ। ਦੇ ਜਿਹੜੇ ਇਸਤੇਮਾਲ ਸੀ ਉਹ ਚਲਾਉਂਦੇ ਸਨ ਇਹਨੂੰ, ਤੇ ਇਹ ਚੱਕੀ ਦੇ ਦੋ ਅੱਛਾ, part ਚੱਕੀ ਨੇ। ਪਈ ਹੈ, ਹਾਂਜੀ। ਹਾਂਜੀ, ਆਟਾ ਪੀਸਣ ਵਾਲੀ ਚੱਕੀ ਹੈ ਜੀ। ਬਾਕੀ ਆਦ ਵਿੱਚ ਹੁਣ ਇਹੀ ਦੋ ਪਾਰਟ ਹੀ ਬਚੇ ਨੇ ਇਹਦੇ। ਅੱਛਾ, ਤੇ ਤੇ ਉਧਰ ਇਸ ਤੋਂ ਇਲਾਵਾ ਕੋਈ ਹੋਰ ਵੀ ਸਮਾਨ ਹੈਗਾ? ਇਸ ਤੋਂ ਇਲਾਵਾ ਬਾਹਰ ਬੇਰੀ ਦਾ ਦਰਖਤ ਲੱਗਾ ਹੈ, ਤੁਹਾਨੂੰ ਦੱਸਿਆ ਜੀ। ਹਾਂਜੀ, ਦਰਵਾਜ਼ੇ ਬੇਰੀ ਦਾ ਦੱਸੇ ਸਮਾਨ ਜੀ। ਕੋਈ ਹੋਵੇ ਉਹ ਤਜੂਰੀ ਪਈ ਹੈ ਭਗਤ ਸਿੰਘ ਉਹਨਾਂ ਤਿਜੋਰੀ ਦੀ, ਹੈਗੀ। ਉਹ ਉਸ ਪਾਸੇ ਬਾਹਰਲੇ ਪਾਸੇ ਪਈ ਹੈ। ਹੈਗੀ ਹਲੇ ਹਾਂਜੀ, ਹੈਗੀ ਹੈ ਜੀ, ਜਿਹਦੇ ਵਿੱਚ ਭਗਤ ਸਿੰਘ ਹੋਣੀ ਆਪਣੇ ਡਾਕੂਮੈਂਟੇਸ਼ਨ ਰੱਖਦੇ ਸਨ। ਅੱਛਾ, ਚੁੱਕੇ ਜ਼ਿਮੀਦਾਰ ਸੀ ਉਸ ਦੌਰ ਦੇ। ਠੀਕ ਹੈ ਜੀ। ਔਰ ਉਸ ਹਵਾਲੇ ਨਾਲ ਚੁੱਕੇ ਬੈਂਕ ਲਾਕਰਸ ਨਹੀਂ ਹੁੰਦੇ ਸੀ। ਠੀਕ ਹੈ ਜੀ। ਉਹ ਜਿਹੜਾ ਤਗੜਾ ਘਰ ਹੁੰਦਾ ਸੀ ਉਹਦੇ ਤਜੋਰੀ ਹੁੰਦੀ ਸੀ ਉਸ ਠੀਕ ਟਾਈਮ ਹੈ। ਤੇ ਜਿਹੜਾ ਹੈ। ਆਓ ਦੇਖਦੇ ਹਾਂ ਜੀ ਥੋੜਾ ਹੋਰ ਵੀ ਇਧਰ ਦੇ ਰੂਮ ਦੁਆਰਾ ਇੱਕ ਵਾਰ ਫੇਰ ਜਾਈਏ। ਮੈਨੂੰ ਥੋੜਾ ਜਿਹਾ ਦੱਸਿਓ, ਇਹ ਆਲੇ ਜਿਹੜੇ ਰੱਖੇ ਆ ਇਹਦਾ ਕੀ ਮਕਸਦ ਹੈ ਜੀ? ਇਹ ਜਿਹੜਾ ਨੇ ਉਸ ਦੌਰ ਦੀ ਅਲਮਾਰੀਆਂ ਸੀਗੀਆਂ। ਅੱਛਾ, ਵਿੰਡੋ ਸੀਗੀਆਂ, ਤੇ ਲੇਕਿਨ ਤੁਸੀਂ ਇਹਨੂੰ ਬੰਦ ਨਹੀਂ ਕੀਤੀਆਂ ਉਸ ਤਰ੍ਹਾਂ ਹੀ? ਉਸ ਨੇ ਰਹਿਣ ਦਿੱਤਾ ਜੀ। ਅਸੀਂ ਨੂੰ ਨਹੀਂ ਛੇੜਿਆ ਬਿਲਕੁਲ ਵੀ। ਤੇ ਇਹ ਹੁਣ ਸੀਮੈਂਟ ਹੋਇਆ ਹੋਇਆ ਜਿਸ ਤਰ੍ਹਾਂ ਨਾ? ਨਹੀਂ, ਇਹ ਪਹਿਲਾਂ ਕੀ ਸੀ? ਮਿੱਟੀ ਦਾ ਲੇਪ ਹੀ ਹੈ ਜੀ ਇਹ ਵੀ ਮਿੱਟੀ ਦੇ ਮਿੱਟੀ ਹੈ ਵੀ। ਅੱਛਾ, ਸੀਮੈਂਟ ਤੇ ਉਸ ਦੌਰ ਚ ਹੁੰਦਾ ਹੀ ਨਹੀਂ ਸੀ। ਨਹੀਂ ਬਲਕਿ ਕਹਿੰਦਾ ਤੁਸੀਂ ਦੁਬਾਰਾ ਸੀਮੈਂਟ ਨਹੀਂ ਕਰਾਇਆ, ਵੀ ਉਸ ਤਰ੍ਹਾਂ ਹੀ ਮਿੱਟੀ ਦਾ ਲੇਪ ਵੀ ਦੁਬਾਰਾ ਕਰਾਇਆ? ਮਿੱਟੀ ਦਾ ਲੇਪ ਇਹਨੂੰ ਜਦੋਂ ਉਹਦੀ ਲੋੜ ਪੈਂਦੀ, ਜਿੱਦਾਂ ਹੁਣ ਤੁਸੀਂ ਦੇਖ ਥੋੜਾ ਖਰਾਬ ਹੋਇਆ ਹੈ, ਹਾਂਜੀ। ਅਸੀਂ ਇਹਨੂੰ ਦੁਬਾਰਾ ਫਿਰ ਠੀਕ ਕਰਵਾ ਲਾਂਗੇ। ਠੀਕ ਹੈ, ਉਸੇ ਤਰ੍ਹਾਂ ਮਿੱਟੀ ਦਾ ਪਲਸਤਰ ਫਿਰ ਕਰਾ ਲਾਂਗੇ ਅਸੀਂ ਇਹਨੂੰ। ਆਹ ਦੇਖੋ ਥੋੜਾ ਜਿਹਾ ਹੁਣ ਠੀਕ ਹੈ ਜੀ। ਤੇ ਉੱਪਰ ਲੱਕੜ ਦਾ ਕੀ ਹੈਗਾ? ਇਹ ਨਵੀਂ ਲੱਗ ਰਹੀ ਹੈ? ਨਹੀਂ, ਇਹ ਜੋ ਕੁਝ ਹਿੱਸੇ ਨਵੇਂ ਨੇ, ਲੇਕਿਨ ਬਾਕੀਆਂ ਨੂੰ ਫਿਰ ਅੰਦਾ ਲਗਾ ਕੇ ਅੱਛਾ ਅੱਛਾ, ਇਹ ਜੋ ਸਕਿਨ ਨਵੀਂ ਨਿਕਲ ਆਈ ਨਾ ਉਹਨਾਂ ਸਾਫ਼ ਦੀ ਮੈਚ ਕਰ ਗਿਆ ਨਾ। ਵਾਹ ਵਾਹ, ਲੱਕੜ ਉਹੀ ਹੈ? ਲੱਕੜ ਉਹੀ ਹੈ, ਵਾਹ। ਦਿਆਰ ਦੀ ਲੱਕੜ ਹੈ ਜੀ। ਵੈਰੀ ਗੁੱਡ। ਦਿਆਰ ਦੀ ਲੱਕੜ ਦੀਆਂ ਸ਼ਤੀਰੀਆਂ, ਬਾਲੇ ਔਰ ਫੱਟੇ ਪਏ ਨੇ, ਠੀਕ ਹੈ ਜੀ। ਤੇ ਗਰਮੀਆਂ 'ਚ ਵੀ ਏਦਾਂ ਹੀ ਠੰਡੀ ਹੁੰਦੀ ਛੱਤ। ਅੱਛਾ, ਇਹ ਕੁਦਰਤੀ ਹੈ ਜੀ, ਇਹ ਚੀਜ਼ ਹੀ ਹੈ ਜੀ। ਆਹ ਜਿਹੜੀ ਲਾਈਟਾਂ ਤੁਸੀਂ ਲਾਈਆਂ ਕਿ ਇਹ ਵੀ? ਨਹੀਂ, ਲਾਈਟਾਂ ਆਪ ਨੂੰ ਆਈਆਂ ਜੀ, ਲੇਕਿਨ 올ਡ ਸਟਾਈਲ ਦੀਆਂ ਲੱਭੀਆਂ ਸੀ ਉਦੋਂ। Antique ਹੈ। 5-6 ਸਾਲ ਪਹਿਲਾਂ ਐਂਟੀਕ ਲਾਈਟਾਂ, ਹਾਂਜੀ। ਕਿਉਂਕਿ ਡਾਇਰੈਕਟ ਹੀ ਅਸੀਂ ਅਗਰ એનર્ਜੀ ਸੇਵਰ ਲਗਾ ਲੈਂਦੇ ਅੱਛੇ ਨਹੀਂ ਸੀ ਲੱਗਣੇ। ਠੀਕ ਹੈ ਅਸੀਂ ਜੀ। ਫਿਰ 12 ਤਰੀਕੇ ਵਾਲਾ ਇੱਕ ਸਟਾਈਲ ਨੂੰ ਅੱਛਾ ਲੱਗਿਆ, Very good। ਹੈਂਗਿੰਗ ਲਾਈਟ ਹੈ। ਠੀਕ ਹੈ। ਅਸੀਂ ਫਿਰ ਇਹ ਲਾਲਟੈਨ ਤਰਜ਼ੀ ਨਾ, ਠੀਕ ਹੈ। ਫਿਰ ਅਸੀਂ ਲਗਾਤਾ ਸੀ। ਆਹ ਤੁਹਾਡਾ ਬਾਹਰ ਸਾਈਨ ਲੱਗਿਆ? ਹਾਂਜੀ, ਇਹ ਬਾਅਦ ਫਲੈਕਸ ਹੈ ਮੇਰੀ। ਇਹ ਇੱਧਰ ਤੁਹਾਡੀ ਫੋਟੋ ਆ ਨਾਲ ਵਾਲਦ ਸਾਹਿਬ ਦੀ ਹੈ। ਉਹਨਾਂ ਦੀ ਵਾਲਦ ਸਾਹਿਬ ਦੀ ਹੈ। ਨਾਲ ਨੀਚੇ ਭਗਤ ਸਿੰਘ ਉਹਨਾਂ ਦੀ ਫੋਟੋ। ਹਾਂਜੀ ਹਾਂਜੀ, ਇੱਧਰ ਔਰ ਇੱਧਰ। ਵੈਰੀ ਗੁੱਡ। ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲਈਏ ਤੇ ਦੁਆ ਕਰੀਏ ਕਿ ਤੁਸੀਂ ਇਸੇ ਤਰੀਕੇ ਨਾਲ ਸਾਡੇ ਮਹਾਨ ਸ਼ਹੀਦ ਦੀ ਜਿਹੜੀ ਇਹ ਯਾਦਗਾਰ ਹੈ ਉਹਨੂੰ ਹਮੇਸ਼ਾ ਲਈ ਸਾਂਭ ਕੇ ਰੱਖੋ। ਥੈਂਕ ਯੂ ਵੈਰੀ ਮਚ। ਸੋ ਨਾਈਸ।